ਆਪ ਜੀ ਨੂੰ ਬਹੁਤ ਹੀ ਦੁਖੀ ਹਿਰਦੇ ਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੀ ਪਿਆਰੀ ਬੇਟੀ ਸੁਖਮਨਜੀਤ ਕੌਰ ਜੀ 15 ਦਸੰਬਰ ਨੂੰ ਸਾਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਈ, ਜਿਸ ਦੀ ਨਿੱਘੀ ਯਾਦ ਦੇ ਵਿੱਚ ਸਹਿਜ ਪਾਠ ਦੇ ਭੋਗ ਮਿਤੀ 22 ਦਸੰਬਰ ਦਿਨ ਬੁੱਧਵਾਰ ਗੁਰਦੁਆਰਾ ਸ਼ਹੀਦਗੰਜ ਮੋਰਿੰਡਾ ਵਿਖੇ ਪਾਏ ਗਏ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੀ ਸਿੱਖਿਆ ਦਿੱਤੀ। ਸੁਖਮਨਜੀਤ ਕੌਰ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਗੁਰਿੰਦਰ ਸਿੰਘ ਪਿਤਾ, ਸਰਦਾਰ ਨਾਇਬ ਸਿੰਘ ਦਾਦਾ ਜੀ, ਸਰਦਾਰ ਸਤ ਸਿੰਘ ਤਾਇਆ ਜੀ ਅਤੇ ਸਮੂਹ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਇਹਨਾਂ ਦੇ ਪਰਿਵਾਰ ਵੱਲੋਂ ਦੁੱਖ ਵਿੱਚ ਇਕੱਤਰ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਸਹਿਯੋਗ ਦੇ ਨਾਲ ਬਾਹਰ ਤੇ ਸਰਟੀਫਿਕੇਟ ਮਾਡਲਾਂ ਸਹਿਤ ਪ੍ਰਾਪਤੀਆਂ ਉਹਦਾ ਹੈਰਾਨ ਹੋ ਜਾਂਦਾ ਹੈ ਕਿ ਬੱਚਾ ਕਿਹੋ ਜਿਹਾ ਸਟਾਰ ਸੀ। ਇਹ ਚੀਜ਼ਾਂ ਨੂੰ ਆਪਾਂ ਦੇਖਾਂਗੇ, ਬਾਤਾਂਗੇ, ਮਨ ਹੀ ਮਨ ਦੇ ਵਿੱਚ ਇੱਕ ਤੂਫਾਨ ਜਿਹਾ ਚੜ੍ਹਦਾ ਹੈ, ਜਿਹਦੇ ਨਾਲ ਮਨ ਰੂਪੀ ਮੰਦਰ ਡੋਲਦਾ ਹੈ। ਮਨ ਰੂਪੀ ਮੰਦਰ ਡੋਲਦਾ ਹੈ ਤੇ ਦਿਲ ਰੂਪੀ ਦਰਿਆ ਜਿਹੜਾ ਹੈ ਇਹ ਉਛਾਲ ਮਾਰਦਾ ਹੈ। ਪਰ ਐਸੇ ਸਮੇਂ ਕੀ ਕੀਤਾ ਜਾਏ, ਸਤਿਗੁਰੂ ਜੀ ਫਰਮਾਉਂਦੇ ਨੇ, ਜਿਉ ਮੰਦਰ ਕੋ ਥਾਮੈ ਥੰਮਨ ਤਿਉ ਗੁਰ ਕਾ ਸ਼ਬਦ ਮਨ ਹੈ ਅਸਾਂ। ਜਿਸ ਤਰ੍ਹਾਂ ਕਿਸੇ ਮੰਦਰ ਦੇ ਲਈ ਥੰਮ ਦਾ ਸਹਾਰਾ ਹੁੰਦਾ, ਥੰਮੀ ਪਿਲਰ ਆਦਿ, ਤਿਵੇਂ ਹੀ ਸਾਡੇ ਮਨ ਰੂਪੀ ਮੰਦਰ ਨੂੰ ਇਹਦੇ ਜੋੜਨ ਤੋਂ ਬਚਾਉਣ ਲਈ ਗੁਰੂ ਦੇ ਸ਼ਬਦ, ਗੁਰੂ ਦੇ ਉਪਦੇਸ਼ ਦਾ ਤੇ ਸਾਡੇ ਵਡੇਰਿਆਂ ਦੇ ਇਤਿਹਾਸ ਦੀ ਯਾਦ ਇੱਕ ਥੰਮੀ ਬਣ ਗਈ ਹੈ, ਸਹਾਰਾ ਬਣ ਗਈ। ਸੋ ਅੱਜ ਇਸ ਵੇਲੇ ਸਾਹਿਬ ਦੇਹੀ ਦਾ ਇਹ ਤਾਂ ਪਾਣੀ ਦਾ ਪੁਰਬ ਹੈ, ਇਹ ਤਾਂ ਬਾਦਲ ਦੀ ਭੀੜ ਹੈ। ਇਹੋ ਜਿਹੇ ਦ੍ਰਿਸ਼ਟਾਂਤ ਦੇ ਕੇ ਸਾਨੂੰ ਸਤਿਗੁਰੂ ਜੀ ਇਹੀ ਸਮਝਾਉਣਾ ਚਾਹੁੰਦੇ ਫਿਰ ਕਹਿੰਦੇ ਨੇ ਕਿ ਨਾ ਬਾਰਕ ਨਾ ਜੋਬਨ ਨਾ ਬਿਰਦੀ ਕਛਮੰਦ ਉਹ ਬੇਰਾ ਨਾ ਬੂਝੀਏ ਜੋ ਆਏ ਪਰ ਜੰਮਾ। ਨਾ ਬਾਲਕ ਅਵਸਥਾ ਨਾ ਜਵਾਨੀ ਦੀ ਅਵਸਥਾ। ਬਾਲਕ ਅਵਸਥਾ ਵਿੱਚੋਂ ਇਹ ਬੱਚੀ ਗੁਜ਼ਰ ਚੁੱਕੀ ਸੀ, ਜੋਬਨ ਦੀ ਅਵਸਥਾ ਦੇ ਵਿੱਚ ਪੈਰ ਧਰਿਆ ਸੀ। ਬਹੁਤ ਸਾਰੀਆਂ ਉਮੀਦਾਂ, ਆਸਾਵਾਂ, ਅਰਮਾਨ ਜਿਹੜੇ ਕਿ ਮਾਤਾ ਪਿਤਾ, ਪਰਿਵਾਰ ਤੇ ਸਮਾਜ ਦੇ ਮਨ ਦੇ ਵਿੱਚ ਧਰੇ ਧਰਾਏ ਰਹਿ ਗਏ ਤਾਂ ਫਿਰ ਉੱਥੇ ਸੱਚੇ ਪਾਤਸ਼ਾਹ ਦੀ ਬਾਣੀ ਸਾਡੀ ਅਗਵਾਈ ਕਰਦੀ ਹੋਈ ਆਖਦੀ ਹੈ, ਮਤ ਆਖਰੈ ਪੱਛਮ ਕਹਿਤਾ ਪੂਰਬ ਹੀ ਲੈ ਜਾ ਖਿਨ ਮੈਂ ਥਾਪ ਥਾਪਨ ਹਾਰਾ ਆਪਨ ਹਾਥ ਮਤਾਂ। ਸਿਆਣਪ ਕਾਹੂ ਕਾਨ ਆਦ ਜੋ ਅਨਰੂਪ ਕੇ ਠਾਕੁਰ ਮੇਰਾ ਹੋਏ ਰਹੀ ਸਾਵਾ। ਕਿ ਸਾਡੀਆਂ ਸਿਆਣਪਾਂ ਤਰੀਆਂ ਧਰਾਈਆਂ ਰਹਿ ਜਾਂਦੀਆਂ ਨੇ। ਸਾਡੀ ਸਾਇੰਸ, ਸਾਡੀ ਖੋਜ ਬੁੱਧੀ, ਜਿਤਨੇ ਵੀ ਸਾਡੇ ਪਾਸ ਸਾਧਨ ਨੇ ਜੀਵਨ ਦੇ ਹਿੱਤ, ਜੀਵਨ ਨੂੰ ਸੁਖੈਨ ਬਣਾਉਣ ਦੇ, ਜੀਵਨ ਦੀ ਸੁਰੱਖਿਆ ਵਾਸਤੇ, ਉਹ ਸਾਰੀਆਂ ਸਿਆਣਪਾਂ ਤਰੀਆਂ ਧਰਾਈਆਂ ਰਹਿ ਜਾਂਦੀਆਂ ਨੇ ਜਦੋਂ ਕਿਤੇ ਪ੍ਰਾਣਾਂ ਦੀ ਘੜੀ ਟੁੱਟਦੀ ਹੈ। ਕੋਟਨ ਰਜੰਤ ਤੋਇਨ ਲੇਪਨ ਰਕਤ ਚਰਮਣਾ ਨਵਨ ਤਾਂ ਦੁਆਰਨ ਭੀਤ ਰਹਿ ਅੰਗ ਬਾਏ ਰੂਪੰ ਅਸੰਭਨ। ਪਤਾ ਲੱਗਣ ਤੇ ਹਰ ਇੱਕ ਸੰਬੰਧੀ ਇਹੋ ਪੁੱਛਦਾ ਹੈ ਕਿ ਗੱਲ ਕੀ ਹੋਈ, ਕਿਉਂਕਿ ਇੱਕਦਮ ਝਟਕਾ ਲੱਗਦਾ ਹੈ, ਇੱਕਦਮ ਹਲੂਣਾ ਆਉਂਦਾ ਹੈ। ਮੇਰੇ ਆਪਣੇ 35 ਸਾਲ ਦੇ ਕੈਰੀਅਰ ਦੇ ਵਿੱਚ ਇਹ ਦੂਜੀ ਘਟਨਾ ਹੈ। 12 ਸਾਲ ਦੀ ਬੱਚੀ ਦੇਰ ਚਿਰ ਪਹਿਲਾਂ ਜਿਸ ਨੂੰ ਇਹੋ ਹੀ ਤਕਲੀਫ, ਜਿਹਨੂੰ ਅੱਜ ਆਪਾਂ ਡਬਲ ਤੇ ਟ੍ਰਿਪਲ ਨਮੂਨੀਆ ਕਹਿੰਦੇ ਹਾਂ, ਕਿਉਂਕਿ ਇਸ ਅਵਸਥਾ ਦੇ ਵਿੱਚ ਬੱਚੇ ਦੀ ਬੋਡੀ, ਬੱਚੇ ਦੇ ਸਰੀਰ ਵਿੱਚ ਇੰਨੀ ਪਾਵਰ ਹੁੰਦੀ ਹੈ, ਇੰਨੀ ਐਨਰਜੀ ਹੁੰਦੀ ਹੈ, ਸਿਆਣਤਾ ਦੀ ਲੰਗਸ
ਹੁਣ ਦੇਖੋ ਸਾਡੀ ਜਿਹੜੀ ਭਾਸ਼ਾ, ਜਿਹੜਾ ਸਾਡਾ ਸਾਇੰਸ ਸਿਸਟਮ ਹੈ, ਉਹੀ ਕਹਿ ਰਿਹਾ। ਪਰ ਕਿੰਨਾ ਚਿਰ ਪਹਿਲਾਂ ਸਤਿਗੁਰੂ ਜੀ ਇੱਕ ਗਹਿਰਾ ਸੁਨੇਹਾ ਦੇ ਗਏ ਨੇ, ਕਹਿੰਦੇ ਕਾਚਿਰ ਕੋਟੰ ਪ੍ਰਚੰਤ ਤੋਯੰ ਲੇਪਨੰ ਰਕਤ ਚਰਮ ਕੱਚਾ ਕਿਲਾ ਆਸਰੀ। ਚੱਲ ਜਿਸ ਤੋਂ ਦੀ ਸਿਰਜਣਾ ਹੋਈ ਰਕਤ ਮੁੰਦ ਤੋਂ, ਪ੍ਰਚੰਤ ਤੋਯੰ ਲੇਪ ਚਰਮਣ ਹੈ ਚਮੜੇ, ਲਹੂ ਅਤੇ ਚਮੜੀ ਦਾ ਲਿਪਿਆ ਹੋਇਆ। ਨਵਮਤਾਂ ਦੁਆਰ 9 ਇਹਦੇ ਦਰਵਾਜ਼ੇ ਨੇ, 2 ਅੱਖਾਂ, 2 ਨਾਸਾਂ, 2 ਕੰਨ, ਮੁਖ, ਲਿੰਗ, ਗੁਦਾ। ਨਵਮਤਾਂ ਦੁਆਰ ਕੋਈ ਵੀ ਨਹੀਂ, ਦਰਵਾਜ਼ੇ ਆਪਣੇ ਆਪ ਸਾਰੇ ਹੀ ਕੰਮ ਕਰਦੇ ਨੇ। ਨਵਮਤਾਂ ਦੁਆਰ ਭੀਤ ਰਹਿਤਨ ਬਾਏ ਹਵਾ ਵਾਯੂ। ਸੰਸਕ੍ਰਿਤ ਦੀ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਇਹ ਸੰਕੇਤ, ਇਹ ਸਾਡੇ ਜੀਵਨ ਦਾ ਨਕਸ਼ਾ ਰੱਖ ਦਿੱਤਾ ਹੈ। ਕੀ ਹੈ ਇਹ? ਕਹਿੰਦੇ ਭਾਈ ਬਾਏ ਰੂਪਮ ਅਸਤੰਭਨ ਹਵਾ ਦਾ ਇਸ ਨੂੰ ਥੰਮ ਲਾਇਆ ਗਿਆ ਸ੍ਰੀ ਰੂਪੀ ਕਿਲੇ ਨੂੰ, ਤੇ ਇਹ ਕਦੋਂ ਨਿਕਲ ਜਾਵੇ ਕੋਈ ਨਹੀਂ ਜਾਣਦਾ, ਕਦੋਂ, ਕਿੱਥੇ, ਕਿਵੇਂ, ਪਰ ਨਿਕਲਣਾ ਜ਼ਰੂਰ ਹੈ। ਜੇਕਰ ਤਿੰਨੇ ਅਵਸਥਾਵਾਂ ਦੀ ਸਿਖਰ ਹੋ ਜਾਵੇ ਤਾਂ ਉਸ ਨੂੰ ਪੱਕਿਆ ਫਲ ਕੇ ਅੱਜ ਦਾ ਹਵਾ ਵਾਯੂ। ਸੰਸਕ੍ਰਿਤ ਦੀ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਇਹ ਸੰਕੇਤ, ਇਹ ਸਾਡੇ ਜੀਵਨ ਦਾ ਨਕਸ਼ਾ ਰੱਖ ਦਿੱਤਾ ਹੈ। ਕੀ ਹੈ ਇਹ? ਕਹਿੰਦੇ ਭਾਈ ਬਾਏ ਰੂਪਮ ਅਸਤੰਭਨ ਹਵਾ ਦਾ ਇਸ ਨੂੰ ਥੰਮ ਲਾਇਆ ਗਿਆ ਸ੍ਰੀ ਰੂਪੀ ਕਿਲੇ ਨੂੰ, ਤੇ ਇਹ ਕਦੋਂ ਨਿਕਲ ਜਾਵੇ ਕੋਈ ਨਹੀਂ ਜਾਣਦਾ, ਕਦੋਂ, ਕਿੱਥੇ, ਕਿਵੇਂ, ਪਰ ਨਿਕਲਣਾ ਜ਼ਰੂਰ ਹੈ। ਜੇਕਰ ਤਿੰਨੇ ਅਵਸਥਾਵਾਂ ਦੀ ਸਿਖਰ ਹੋ ਜਾਵੇ ਤਾਂ ਉਸ ਨੂੰ ਪੱਕਿਆ ਫਲ ਕੇ ਅੱਜ ਦਾ ਕਿਸੇ ਦੀ ਮਰਜ਼ੀ ਨਹੀਂ ਚੱਲਦੀ। ਇਹੀ ਤੇ ਅਦਭੁਤ ਖੇਡ ਹੈ ਸਮਾਜਿਕ ਅਸੀਂ ਗ੍ਰਸਤੀ ਜੀਵ, ਜਿਨ੍ਹਾਂ ਨੂੰ ਕਰਦੇ ਦੀ ਖੇਡ ਵਿੱਚੋਂ ਵਿਚਰਦਿਆਂ ਹੋਇਆਂ ਉਹਦੇ ਨਾਲ ਇੱਕ ਮਿੱਤਰਤਾ ਦਾ ਇੱਕ ਇਮਤਿਹਾਨ ਹੁੰਦਾ ਹੈ। ਇਹ ਜੀਵਨ ਸਾਡਾ ਆ ਸੰਸਾਰ ਹੈ ਜਿਹੜਾ। ਸੋ ਗੁਰੂ ਸਾਹਿਬ ਜੀ ਆਖਦੇ ਨੇ ਇਹ ਗੱਲ ਕਿ ਇਹ ਹਵਾ ਰੂਪੀ ਥੰਮੀ ਲੱਗੀ ਹੋਈ ਹੈ ਭਾਈ ਇਸ ਕਿਲੇ ਨੂੰ, ਇਹ ਥੰਮੀ ਕਦੋਂ ਨਿਕਲ ਜਾਵੇ। ਸਾਹਾਂ ਦੀ ਥੰਮੀ, ਪ੍ਰਾਣਾਂ ਦੀ ਲੜੀ ਟੁੱਟਣ ਦੇ ਲੈ ਕੇ ਪਰਿਵਾਰ ਜਿਹੜਾ ਅੱਜ ਇਸ ਬਾਲੜੀ ਦੇ ਵਿੱਚ ਟੋਟੇ ਦੇ ਦੁੱਖ ਦੀ ਘੜੀ। ਗੁਰੂ ਬਾਣੀ ਦਾ ਵਚਨ ਸਾਧ ਸੰਗਤ ਸਹਾਰਾ ਬਣੇ। ਇਸ ਤਰ੍ਹਾਂ ਸਤਿਗੁਰੂ ਜੀ ਸਾਨੂੰ ਸਾਹਿਬ ਦੇ ਹੁਕਮ ਦੀ ਰਜ਼ਾ ਦੇ ਚੱਲਣ ਦੀ ਤਾਲੀਮ ਕੀਤੀ ਹੈ, ਕਿਉਂਕਿ ਖੇਡ ਸਾਰੀ ਹੁਕਮ ਦੀ ਹੈ। ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੀ ਜਪਜੀ ਬਾਣੀ, ਇੱਥੇ ਪਹਿਲੀ ਪੌੜੀ ਤੇ ਸਾਡੇ ਸਾਹਮਣੇ ਸਵਾਲ ਰੱਖਿਆ ਸਤਿਆਰ ਹੋਣ ਦੇ ਬਾਰੇ, ਤੇ ਉਹਦਾ ਉੱਤਰ ਦਿੱਤਾ ਹੁਕਮ ਰਸਾਈ ਚੱਲਣਾ ਨਾਨਕ ਲਿਖਿਆ। ਪਰ ਸਾਡੇ ਮਨ ਚ ਕਿਉਂਕਿ ਸੰਸਾਰੀ ਨਾ ਕਿ ਕੀ ਹੈ ਹੁਕਮ, ਉਹ ਫਿਰ ਸਾਹਿਬ ਨੇ ਸਾਨੂੰ ਦੂਜੀ ਪੌੜੀ ਦੇ ਵਿੱਚ ਸਮਝਾਇਆ ਹੁਕਮ ਹੈ ਕੀ। ਹੁਕਮੀ ਹੋਵਨ ਆਕਾ, ਹੁਕਮ ਨਾ ਕਹਿਆ ਜਾਏ, ਹੁਕਮੀ ਹੋਵਨ ਜੀ ਹੁਕਮ ਮਿਲਿਆ ਬਲਿਆ, ਹੁਕਮੀ ਉੱਤਮ ਨੀਚ ਹੁਕਮ ਲੇਖ ਦੁੱਖ ਸੁਖ ਪਾਇਆ।
इतना हुक्मी बख्शीस एक हुक्मी सदा को भाइयां हुक्म अंदर सब को बाहर हुक्म ना कोए ना हुक्म जे बुझे ना हो मैं तरतीब है। सतगुरु नानक देव जी को बख्श की सानू जीवन की फिलोसफी दी। पर जब आज आप इस बालड़ी सुखमनजीत कौर के इस आयत के चले जाने उपरंत परिवार के नाल इस दर्द नूं इस विछोड़े दी रीसां साझा करते हैं तब भी साडी बाणी जिहड़ी अगवाई लेंदी है इस वेले हुक्म की रजा बालड़ी ने जिन्होंने को जिन्नियां बल्लां मारियां कि जिले लैवल तक लड़कियां के मुकाबले कर करके मॉडल प्राप्त किए तो आने वाली कल के रुझान साडे विच ने कि ये आने वाली कल की बालड़ी इस तरह अपने जीवन का सफर करती जाती ना आ होना सी आ होना सी आ जिहड़ा बोझ है साडे मन नूं मंदिर नूं देखदा है बिल्कुल अरमान बनते हैं करतार के अरमान हैं ना ये दुनिया है। दुनिया दे विच साडे संझ वेले रुख ते पंछी बहते ने सवेर होने ते तां हर पंछी उड़दा है सहज सुभाव पर कई बार उन्होंने अद्धी रात में भी पहला पहर लंघदे स्टार की उडारी मारनी पै जाती है जब कोई ऐसा तूफान बन जाए कोई ऐसा सबब बन जाए। सो सतगुरु सच्चे पातशाह जी साडे मन रूपी मंदिर ये बख्शियां ने थम्मियां शब्द दियां उत्तमता निमाणता बालपन जोबन अवस्था और इत्थे तक अपड़ के जदों ये विछोड़ा हो जाए तो जिन्ने भी सज्जन मैंने मिलते सी सरदार परगट सिंह जी या होर भी हर मैंने से की बोलिए की आखिए समझ नहीं पैंदी। बिल्कुल ऐसा ही है क्योंकि गृहस्थी अपना सारे इत्थे तक साडे गुरबाणी के इतिहास ही साडी बांह फड़दा है। जिवें पहले मैं बेनती की कि आप एक ऐसे दिहाड़े से अज इस परिवार के नाल इस दुख की घड़ी जुड़े हैं जिहदे दोनों पासे और थां भी ऐसी है जिथे आप बैठे हैं कि ये एक पासे चमकौर साहब की कच्ची गढ़ी का मैदान है दूसरे पासे सरहद दीयां नीहां ने है तां विछोड़ा तां सियाणे चारा कर के बालड़ी ने जिन्ना कुछ कमाया मल्लां मारियां ते परिवार के मन परिवार के दिलों सबना ते थां बनाई एक बहुत बड़ा सम्मान है। साबो की तलवंडी विच गुरु गोबिंद सिंह जी जदों आमो सामने होंदे ने अपनी सुपत्नी दे माता सुंदरी जी दे अखां ही अखां विच गल होंदी है क्योंकि उदों फोन ने उह सूचना वाली गल नहीं सी हुंदी तां अखां तकदियां ने कि दो होईयां मच्छां ने साडे शरीर बस इन्हीं गल कहण दी देर सी कि माता सुंदरी जी सामने ला आए ने कितना बड़ा इतिहास जिहड़ा इस वेले सानू सहारा दिंदा है। ठीक है इस दर्द ना भाई न बारक न जोबन न बिरदी कछ बंद को बीरा न बूझिए जो आए करे बचपन की जवानी की बुढ़ेपा की नहीं समझ पैंदी जो ये संग पैंदा जो हवा की थमी साहां की थमी निकल जाती है कहते जी तो गल ही छड्डो कई जोन गर्भ हिर खिरिया शरीरक तौर पर जन्म लैण तो पहला भी ये मौत जिहड़ी है आ जाती है। तो कहते पुत जोत लै सुरत प्रीखिया मात गर्भ में जिन तू रख फिर कहते रखन हार संभार जना सगले छोड़ विचार मना गुरमुख दे बोल ने कहते छड्ड सारियां गल्लां रखन हार रचनहार सिरजनहार की सिमरती बनावे अपने अंदर जिन्हें ये रचना रची
ਉਹਦੀ ਇਸ ਰਚਨਾ ਦੇ ਵਿੱਚ ਕੌਤਕ ਕਿਹੋ ਜਿਹੇ ਵਰਤ ਰਹੇ ਨੇ, ਤਾਂ ਬਾਬਾ ਫਰੀਦ ਜੀ ਦਾ ਜੋ ਮਨ ਚਿਤ ਨ ਚੇਤੇ ਸੇ ਗਾਲੀ ਰੱਬ ਦੀਆਂ, ਜੋ ਮਨ ਚਿਤ ਨ ਚੇਤੇ ਸਨ, ਜੋ ਮਨ ਚਿਤ ਨ ਚੇਤੇ ਸਨ। ਸਰੀਰ ਦਾ ਦਰਿਆ ਕੰਨ ਬਗਲਾ, ਸਰੀਰ ਦਾ ਦਰਿਆ ਕੰਨ ਬਗਲਾ, ਬੈਠਾ ਦਿਲ ਕਰੇ ਖੇਲਾਂ ਦੀ ਤਾਂ ਉਸ ਬੱਚੀ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹਾਂ ਅੱਜ ਦੇ ਸਮੇਂ 'ਚ, ਜਿੱਥੇ ਇਸ ਪਰਿਵਾਰ ਦਾ ਬੜਾ ਗਹਿਰਾ ਦੁੱਖ ਹੈ, ਅਨੋਖਾ ਦੁੱਖ ਹੈ। ਕਿਉਂਕਿ ਬਾਲੜੀ ਨੂੰ ਤਾਂ ਜਦੋਂ ਆਪਾਂ ਉਡੀਕਦੇ ਹਾਂ ਕਿ ਜਵਾਨ ਹੋ ਕੇ ਕੀ ਉਹਦਾ ਲਈ ਬਾਹਰ ਢੰਗਾਂਗੇ ਇੱਕ ਬਗੀਚਾ ਹੋਰ ਲੱਗੇਗਾ, ਤਾਂ ਉਹਦੀਆਂ ਖੇਡਾਂ ਪਈਆਂ ਨੂੰ ਆਪਾਂ ਹੁਣ ਚੇਤੇ ਕਰਦੇ ਹੁੰਦੇ ਹਾਂ। ਪਰ ਇਸ ਬਾਲੜੀ ਦਾ ਜਿਹੜਾ ਵਿਵਹਾਰ ਮੈਂ ਆਪ ਜਾ ਕੇ ਦੇਖਿਆ, ਕਿਉਂਕਿ ਜਿਹੜਾ ਅੱਜ ਦਾ ਸਮਾਂ ਚੱਲ ਰਿਹਾ ਹੈ, ਜਿੱਥੇ ਸ਼ਹੀਦੀ ਦਿਹਾੜੇ ਚੱਲਦੇ ਨੇ, ਉੱਥੇ ਇੱਕ ਮਾਨਵਤਾ ਦੀ ਹੋਣੀ ਦਾ ਪ੍ਰਮਾਣ ਦੇਸ਼ ਦੀ ਰਾਜਧਾਨੀ ਦੇ ਆਲੇ ਦੁਆਲੇ ਜਿਹੜੀਆਂ ਨਿੱਕੀਆਂ ਨਿੱਕੀਆਂ ਕਿੰਨੀਆਂ ਬਾਲੜੀਆਂ ਦੇ ਬੋਲ ਤੀਰਾਂ ਵਾਂਗੂ ਉਹਦੇ ਦੇ ਨਾਕਸ਼ਬੰਦ ਲੋਕਾਂ ਦੇ ਵੱਡੇ ਵੱਡੇ ਜਿਹੜੇ ਆਦਮ ਲੋਕ ਨਾ ਮਜਬੂਰ ਕਰਦੇ ਹਨ। ਇਹ ਮੈਂ ਦੇਖਦਾ ਆ ਕਿ ਇਹਨੇ ਉਹਨੇ ਚਿੱਤਰ ਬਣਾ ਰਹੇ ਉਹ ਧਾਰਮਿਕ ਸਕੀਤਾਂ ਦੇ ਵੀ ਦੇਖਦੇ ਹਾਂ। ਅੱਗੇ ਜਾ ਕੇ ਵੀ ਦੇਖਿਆ ਇੱਕ ਕਿਸਾਨ ਦੇ ਮੋਢੇ ਤੇ ਹਲ ਚਿੱਤਰਿਆ ਹੋਇਆ, ਬਿਲਕੁਲ ਤਾਜ਼ੀ ਤਸਵੀਰ ਉਸ ਬੱਚੀ ਦੇ ਹੱਥਾਂ 'ਚ ਬਣਾਈ। ਇਹ ਉਹਦੀਆਂ ਕੀਲਾਂ ਸਨ। ਵਾਕਿਆ ਹੀ ਮੰਨਣਾ ਪਊਗਾ ਕਿ ਇਹ ਬਾਲੜੀ ਜਿਹੜੀ ਹੈ ਇਹ ਆਮ ਨਹੀਂ, ਖਾਸ ਸੀ। ਪਰ ਕਰਤਾਰ ਨੂੰ ਜੋ ਮਨਜ਼ੂਰ ਤਾਂ ਗੁਰੂ ਅਰਜਨ ਦੇਵ ਜੀ ਸਾਡੀ ਬਾਂਹ ਫੜ ਕੇ ਸਾਨੂੰ ਆਪਣੀ ਗੋਦ ਵਿੱਚ ਲੈ ਕੇ ਇੱਕ ਬੜੀ ਵੱਡੀ ਗੱਲ ਕਹਿੰਦੇ ਨੇ, ਆਓ ਉਸ ਬਾਲੜੀ ਦੇ ਪ੍ਰਥਾਏ ਸੇਵਕ ਪਰਿਵਾਰ ਦੇ ਨਾਲ ਇਸ ਵਿਛੋੜੇ ਦੀ ਦੁੱਖ ਦੀ ਘੜੀ ਵਿੱਚ ਗੁਰੂ ਜੀ ਦਾ ਇਹ ਵਚਨ ਥੰਮੀ ਬਣ ਜਾਵੇ।
कि सानू इस जागृत दी रचना आपां जे बच्चों वाले हाँ तो उन्होंने विचों सानू अपना बचपन दिसलिया करना है। कितने बेपरवाह होंगे ने बच्चे, बस यही गल समझण वाली है बाणी तो कि बेपरवाह करतार उन्हें अपनी ये रचना रची हुई है जिस विच उन्हें अनंत प्रकार के बगीची दे विच फुल पौधे लाए। संसारी बिरती व्यवहार के मुताबिक असीं समाजिक प्राणी हैं। दुख के सुख के खुशियां के गम के घटिया वादियां के इजहार करने वास्ते सानू कादर ने अपनी कुदरत एक चीज दी है, एक बोल। तो कई बार ऐसा होता है कि साडे दिल की जिहड़ी गल है वो बुल्लां दे नाल कह नहीं पाउंदे जैसा कि अज ही है, पर वही बोल जिहड़े ने वो दिल तो उछल के इहदियां तहलीलां फिर अखां बन जांदियां ने, नैन उतों फिर अथरू बन के टपकदे हैं। दिल की बोल दिल की है तो गुरबाणी सानू ये समझाती है कि भाई जिस करतार ने एक किरत रची है उस दे इस खेड के विचरदियां जदों तैनूं किते इस इहो जिहियां अवस्था में ना बुढ़ां ते गुजरना पैंदा है तां फिर तूं अरदास करिया कर। सो इस वेले जिथे परिवार के रिश्तेदार संबंधी नेड़े दूर के आए ने उत्थे उहदे नाल ही इस समय इस विछोड़े गुरु की घड़ी गुरुद्वारा खामगढ़ी सिंह सभा मोरिंडा के वल्लों भी शोक पत्र से शोक सुनेहा है। विश्वकर्मा युग सभा मोरिंडा वल्लों भी विश्वकर्मा सभा कार्यक्रम इन्हां सभावां वल्लों सभा बहुत रूहां का इकट्ठ उस वल्लों भी पाई तुहाडे नाल ही दुख नूं साझा करते हुए संदेशे पहुंचे हैं। सतगुर सच्चे पातशाह आपां सारियां दी अरदास अपने दर ते प्रवान करे। अपनी खेड नूं आप जानदा है, साडे संसारियां दे दिल दी साडे संसारियां दे मन की जो अवस्था है उस नूं भी भली प्रकार जानदा है। श्री विश्वकर्मा सभा मोरिंडा वल्लों भी परिवार के नाल इस दुख नूं साझा करते हुए पत्र ते जा भेजा गया है। सो आओ कुल मिला के मैं देख रहा हूँ बहुत मान और जिहड़े समाज के देश के कौम के समय के सरबराह लोग ने वो इत्थे पहुंचे हुए हैं। सबना नूं तुहाडे दुख का एहसास है। आओ मिल के सारे अपना उस सहब के जिन्हों महाराज ने कहा दुख सुख प्रभ देव था अवर त्याग तुम देर भी बेनती करनी है। आनंद साहब का जाप करते हुए गुरु जी का जो सुनेहा साढ़े जीवन के मनोरथ लई है साझा करिए। निज घर में पागो सुख सहजे बहुर न होए तो फेर बहुर न होए तो फेर जातो आए सोई बिहार
ਸਿਕਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਰ ਘਰ ਘਰੇ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਪਾਵਨ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਬਾਤ ਸਤਿਗੁਰੂ ਮੈਂ ਪਾਇਆ ਨਾਮ ਪਾਇਆ ਸਹਿ ਸੇਤੀ ਕਾਕਰ ਮਨ ਗੁਰਬਾਰ ਭਰੀਆਂ ਸ਼ਬਦ ਬਾਣੀਆਂ ਸਭ ਕੋਤਾ ਗਾਵੋ ਹਰਿ ਕੀਆ ਮਨ ਜਿਨੀ ਵਸਾਇਆ ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਨਾਲੇ ਨਾਮ ਰਹੁ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਮੇਰਾ ਹਰ ਸਭ ਸੁਭਾਰਣਾ ਸਭ ਨਕਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰ ਐ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਮੇ ਸਾਚੇ ਸਾਹਿਬਾ ਗਿਆਨ ਹੀ ਕਰਦੇ ਕਰਨਾ ਤੇਰੇ ਸਭ ਵਿਸ਼ੈ ਜਿਸ ਤੇ ਸੋਭਾ ਸਦਾ ਸਿਰ ਸਲਾਹ ਤੇਰੀ ਨਾਮ ਮਨ ਉਸਾਰੇ ਨਾਮ ਜਿਨ ਕੈ ਮਨ ਵਸਿਆ ਵਾਕੇ ਸ਼ਬਦ ਤੇਰੇ ਨਾਨਕ ਸੱਚੇ ਸਾਹਿਬ ਗਿਆਨ ਹੀ ਕਰਦੇ ਸਤਿ ਮੇਰਾ ਸਾਜਨਾ ਅਦਾਲ ਮੇਰਾ ਜਿਨ ਮੁਖਾਂ ਸਭ ਗਵਾਈਆਂ ਨਾਮ ਸੁਖ ਮਨ ਪਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਨੋ ਸੁਣੀਏ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਨਿਤਕਾਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਅਲਾਦਿਕ ਧਨ ਪੰਜ ਲੋਕ ਲੋਕ ਵਾਸ ਦੀਪੇ ਕਾਲ ਖੰਡ ਕੁਮਾਰਿਆ ਗੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਪੈ ਲਾਗੇ ਕਹਿ ਨਾਨਕ ਮੈਂ ਸੁਖ ਹੋਆ ਅੰਗ ਸੁਣੋ ਵਡ ਭਾਗਿਓ ਸਕਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਤੇਰੇ ਸਕਲ ਵਿਸੂਰੇ ਤੂੰ ਕਰੋ ਸੰਤਾਪ ਸੁਣੀ ਸਤੀ ਮਾਨੇ ਸਹਮ ਸਾਜਨ ਭੈ ਸਤ ਪੂਰੇ ਗੁਰ ਦੀ ਰਾਣੀ ਸੁਣਦੇ ਕੀ ਕਹੇ ਮੈਨ ਵੰਦਨਾ ਗੁਰ ਚਰਨ ਲਾਗੇ ਪਾਣੀ ਮਨ ਹਰ ਤੂਰ ਸੋ ਪਵਨ ਗੁਰੂ ਬਾਣੀ ਪਿਤਾ ਮਾਤਾ ਧਰਮ ਮਹਤ ਦਿਵਸ ਰਾਤ ਕੋਈ ਰਾਈ ਲਾਇਆ ਖੇਲੈ ਸਕਲ ਜਗ ਜਗਿਆ ਨਾਮ ਪੁਰਿਆ ਵਾਜੈ ਧਰਮ ਬਲੋੜ ਕਰਮੀ ਬਾਪੂ ਆਪਣੀ ਕੇ ਨਿਰਣੈ ਕੇ ਲੋੜ ਜਿਨੀ ਨਾਮ ਧਿਆਇਆ ਗਏ ਸ਼ਬਦ ਕਾਲ ਨਾਨਕ ਤੇ ਮੁਖ ਉਜਲੇ ਤੇਰੀ ਝੂਠੀ ਨਾਲ ਨਾਨਕ ਤੇ ਮੁਖ ਉਜਲੇ ਤੇਰੀ ਝੂਠੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
वाहिगुरु आपे जाने करे आप आपे आने रास जिसे आगे नानक करे कीते अरदास अरदास एक ओंकार वाहिगुरु जी की फतेह। श्री भगवती जी सहाय बार श्री भगवती जी की पातशाही दसवीं प्रथम भगवती सुर गए गुरु नानक ने ध्याए फिर अंगद गुरुदेव अमरदास रामदास में सहाय अर्जन हरगोविंद सिमरो श्री हरि राय श्री हरि कृष्ण जी ध्याइए जिस निश्चय शब्द जाए तेग बहादुर सिमरिए कार नौ निता विधाए सब थाए सहाय दसवें पातशाह साहिब श्री गुरु गोबिंद सिंह साहब जी सर्व सदानी सब थाई में सहाय दसां पातशाहियों के आदम स्वरूप जागती जो धन धन साहिब श्री गुरु ग्रंथ साहिब जी के पाठ दर्शन की दारी का ध्यान करके बोलो जी पंजाब प्यारी ने दोनों साहिबजादियां जारियां विद्यार्थियां जपियां सपियां नाम जपया बन सकिया देख लाई देख भाई देख के गीता तना प्यारियां सजारियां सीधा सिंगा महापुरुषां की कमाई का ध्यान करके बोलो जी जना सिंगा सिंगियां ने धर्मे सी जिते बंद बंद मिटाए कोटियां वचन दरगियां ते चढ़ियारे नाम चराए कबूतरों से कोई कुमारी नीतियां बड़ी श्री बात से श्री फतेहगढ़ साहब के सहते कह कर चार दे शहीद हो गए तेना सबूत सिंगा शहीदा प्यारे सजारियां सिंगा सिंगियां भजंगियां दी कमाई का ध्यान करके बोलो जी पंजाब अपना सरबत गुरुद्वारे का ध्यान करके बोलो जी इसमें सर्वत खालसा जी की अरदास है जी सर्वत खालसा जी को वाहिगुरु 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 चितावत चितावत का सर्व सुख होवे जहाँ जहाँ खालसा जी साहिब तहाँ तहाँ लक्षरे आयत देव देव फतेह विरत की बैठकंत की जीत श्री सहज जी सहाय खालसा जी के बोल वाले बोलो जी सिखान सिखी दान रहदान केस दान विसा दान विवेक दान पुरसा दान दान सिरदान नाम दान श्री अमृतसर सर जी के दर्शन स्नान चौकियां झंडे गुंगे जुगू दुगा टल धर्म का जय कर खालसा जी बोलो जी सिखा दा मन नीवा मत की मत मत के रखिया वाहिगुरू अकाल पुरख जम पंथ दे सदा साहिब दादा पिता जी श्री ननकाना साहिब और गुरुद्वारे गुरधामां दे जिन्हों तो पंथ ਨੂੰ ਛੋੜਿਆ ਗਿਆ ਜਨਾਂ ਦੇ ਖੁੱਲੇ ਦਰਸ਼ਨ ਦਿਦਾਰੇ ਸੇਵਾ ਸੰਭਾਲ ਕਰਨਾ ਖਾਲਸਾ ਜੀ ਬਖਸ਼ੋ ਜੀ ਇਹ ਮਾਣਿਆਂ ਦੇ ਮਾਣ ਨੇਤਾਣਿਆਂ ਦੇ ਦਾਣ ਉਟਿਆਂ ਦੀ ਉਗਦੇ ਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਧੰਨ ਦਸਾਂ ਪਾਤਸ਼ਾਹੀਆਂ ਦੇ ਆਦਿ ਸਰੂਪ ਜਾਗਤ ਜੀਓ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਕੇ ਪਾਵਨ ਚਰਨ ਕਮਲਾਂ ਦਾਸ ਬੇਨਤੀ ਹੋਤੀ ਆਪ ਜੀ ਦੇ ਬਾਣੇ ਅੰਦਰ ਜਿਹਾ ਜਿਹੜੀ ਲਿਖਿਆ ਤਿਹਾ ਹੁਕਮ ਕਮਾਏ ਘੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਤੇ ਮਾਂ ਬਾਪ ਅਨੁਸਾਰ ਆਪ ਜੀ ਦੇ ਦਰਬਾਰ ਦੇ ਸੇਵਕ ਬੱਚੀ ਸੁਖਮਨਜੀਤ ਕੌਰ ਸੁਪੁੱਤਰੀ ਸਰਦਾਰ ਗੁਰਿੰਦਰ ਸਿੰਘ ਤੇ ਪੋਤਰੀ ਸਰਦਾਰ ਨੈਬ ਸਿੰਘ ਸਮੂਹ ਪਰਿਵਾਰ ਨੂੰ ਸੁਖਮਨਜੀਤ ਕੌਰ ਛੋਟੀ ਉਮਰ ਦੇ ਵਿੱਚ ਸਦੀਵੀ ਵਿਛੋੜਾ ਦੇ ਗਏ ਸੀ ਉਹਨਾਂ ਦੀ ਰੂਹ ਆਤਮਾ ਦੀ ਸ਼ਾਂਤੀ ਵਾਸਤੇ ਸਤਿਗੁਰੂ ਜੀ ਆਪਣੇ ਗ੍ਰਹਿ ਵਿਖੇ ਸੇਵਕਾਂ ਨੇ ਆਪ ਜੀ ਦੇ ਪਾਵਨ ਜਨ ਪਰਸ ਕੇ ਪਾਣਾ ਮੰਨਦੇ ਹੋਏ ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕਰਵਾਏ ਅੱਜ ਅੰਮ੍ਰਿਤ ਵੇਲੇ ਭੋਗ ਪਾਏ ਗਏ ਉਪਰੰਤ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਵਿਚਰੀ ਰੂਹ ਦੀ ਯਾਦ ਵਿੱਚ ਬੱਚੀ ਦੀ ਯਾਦ ਵਿੱਚ ਸ੍ਰੀ ਕੌਰ ਸਾਹਿਬ ਤੋਂ ਹਜ਼ੂਰੀ ਲੱਗੀ ਜੱਥੇ ਨੇ ਆ ਕੇ ਸ਼ਬਦ ਕੀਰਤਨ ਕੀਤਾ ਬਰਾਬਰ ਹੋਈ ਵਿਚਾਰਾਂ ਹੋਈਆਂ ਨੇ ਅਨੰਦ ਸਾਹਿਬ ਜੀ ਦੇ ਪਾਠ ਹੋਏ ਨੇ ਸਤਿਗੁਰੂ ਜੀ ਆਪ ਜੀ ਦੀ ਬਾਣੀ ਪੜ੍ਹਦੇ ਕੀਰਤਨ ਕਰਦੇ ਆ ਅਨੇਕਾਂ ਗੁਨਾਹ ਹੋ ਜਾਂਦੀਆਂ ਨੇ ਬਖਸ਼ਿਸ਼ ਕਰਨੀ ਬੜੀ ਸੁਣੀ ਬਾਣੀ ਸਤਿਗੁਰੂ ਪ੍ਰਬੰਧ ਕਰਨੀ ਬਾਣੀ ਸੇਵਾ ਦਾ ਵਾਹ ਵਿਚਰੀ ਆਤਮਾ ਨੂੰ ਬਖਸ਼ਿਸ਼ ਕਰਨਾ ਵਿਚਰੀ ਆਤਮਾ ਬੱਚੇ ਸੁਖਮਨਜੀਤ ਕੌਰ ਨੂੰ ਸਦੀਵੀ ਆਪਣੇ ਤਨ ਦਾ ਨਿਵਾਸ ਦੇਣਾ ਰੂਹ ਨੂੰ ਸ਼ਾਂਤੀ ਬਖਸ਼ਣੀ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣੇ ਸੁੰਦਰ ਵਾਲੇ ਬਣਾਏ ਗਏ ਬਲੀ ਕਾਰ ਕਰਨੇ ਬੇਅੰਤ ਸੇਵਾਵਾਂ ਪਿਟਾਵਾਂ ਆਈਆਂ ਪ੍ਰਬੰਧ ਕਰਨੀਆਂ ਇਹਨਾਂ ਸੇਵਾਵਾਂ ਪਿਟਾਵਾਂ ਦਾ ਬਲ ਵਿਚਰੀ ਰੂਹ ਨੂੰ ਬਖਸ਼ਿਸ਼ ਕਰਨਾ ਵਿਚਰੇ ਰੂਹ ਬੱਚੇ ਨੂੰ ਆਪਣੇ ਤਨ ਦਾ ਨਿਵਾਸ ਰੂਹ ਨੂੰ ਸ਼ਾਂਤੀ ਬਖਸ਼ਣੀ ਸਤਿਗੁਰੂ ਜੀ ਪਿੱਛੇ ਪਰਿਵਾਰ ਤੇ ਆਪਣਾ ਮੇਰ ਪ੍ਰਿਆਤ ਰੱਖਣਾ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਦੁੱਖ ਦੀ ਘੜੀ ਦੇ ਵਿੱਚ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਧਰਮ ਕਰਮ ਨਾਮ ਦਾ ਚੜ੍ਹਦੀ ਕਲਾ ਦੀ ਦਾਤਾਂ ਬਖਸ਼ਿਸ਼ ਕਰਨੀਆਂ ਆਉਣ ਵਾਲੇ ਸਮੇਂ 'ਚ ਮਹਾਰਾਜ ਚੜ੍ਹਦੀ ਕਲਾ ਦੀ ਦਾਤਾਂ ਬਖਸ਼ਿਸ਼ ਕਰਨੀਆਂ ਸੇਵਕਾਂ ਦੇ ਆਪਣਾ ਮੇਰ ਪ੍ਰਿਆਤ ਰੱਖਣਾ ਬੇਅੰਤ ਸੇਵਾਵਾਂ ਪਿਟਾਵਾਂ ਆਈਆਂ ਪ੍ਰਵਾਨ ਕਰਨੀਆਂ ਬੱਚੀ ਸੁਖਮਨਜੀਤ ਕੌਰ ਨੂੰ ਆਪਣੇ ਚਰਨ ਦਾ ਨਿਵਾਸ ਬਖਸ਼ਿਸ਼ ਕਰਨਾ ਤੇ ਪਰਿਵਾਰ ਤੇ ਮਹਾਰਾਜ ਆਪਣਾ ਮੇਰ ਪ੍ਰਿਆਤ ਰੱਖਣਾ ਕਿਰਪਾ ਰੱਖਣੀ ਸੁਖ ਸ਼ਾਂਤੀ ਦੀ ਦਾਤ ਕਰਨੀ ਮਹਾਰਾਜ ਨੇ ਸਾਹਿਬ ਜੀ ਦੇ ਪਾਪ ਹੋਏ ਨੇ ਆਪ ਜੀ ਦੀ ਬਖਸ਼ੀ ਹੋਈਆਂ ਦਾਤਾਂ ਸੇਵਕਾਂ ਵੱਲੋਂ ਅੰਮ੍ਰਿਤ ਮੰਤਰਾ ਪ੍ਰਸਾਦ ਦੀ ਦੇਖਣ ਸਦਕੇ ਹਾਜ਼ਰ ਨੇ ਆਪ ਜੀ ਦੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਸਿਰ ਦੇ ਸਾਥ ਸਾਥ ਸੰਗ ਵਰਤੇ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਨਿਆਣ ਕਰੋ ਜੀ ਸਹੀ ਪਿਆਰੇ ਵੀਰ ਜਿਨ੍ਹਾਂ ਨੇ ਤੇਰਾ ਨਾਮ ਚਿਤਾਵੇ ਨਾਮ ਨਾਮ ਚੜ੍ਹਦੀ ਕਲਾ ਤੇਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਕਈ ਕਾਰਣੀ ਅੰਮ੍ਰਿਤ ਨਾਮ ਭਗਵੰਤ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਗਟਾਉ ਮਿਲ ਲੋਚੈ ਪੂਜ ਸ਼ਬਦ ਮੇਂ ਰਾਜ ਕਰੇਗਾ ਖਾਲਸਾ ਕੀ ਰਹੇ ਵਾਰ ਹੋਏ ਸਭ ਮਿਲਣਗੇ ਵਜੇ ਸ਼ਰਨ ਹੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਰ ਜੋ ਸ਼ਰਧਾ ਕਰ ਸਿੱਖ ਦੇ ਗੁਰ ਪਾਰ ਉਦਾਰਨ ਜੋ ਸ਼ਰਧਾ ਕਰ ਸਿੱਖ ਦੇ ਗੁਰ ਪਾਰ ਉਦਾਰਨ ਹਾਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗ ਰਚਨਾ ਸਭ ਝੂਠ ਹੈ ਜਾਣ ਰੇ ਮੀਠ ਕਹਿ ਨਾਨਕ ਫਿਰ ਨਾ ਰਹਿ ਜੋ ਬਾਲੂ ਕੀ ਭੀਤ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਹੋ ਸਭਨਾ ਕੀ ਰਹਿਣ ਕਾ ਤਬ ਆਓ ਹਮਾਰੇ ਪਾਸ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸ਼ਾਹ। ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ। ਸੋਰਠ ਮਹਲਾ ਚੌਥਾ। ਆਪੀ ਸ੍ਰਿਸ਼ਟੀ ਉਪਾਇੰਦਾ ਪਿਆਰਾ ਕਰ ਸੂਰਜ ਚੰਦ ਚਾਨਣ ਆਪਨ ਦਾਣਿਆ ਦਾਣ ਹੈ ਪਿਆਰਾ ਆਪਨ ਮਾਣਿਆ ਮਾਣ ਆਪ ਦਇਆ ਕਰ ਰੱਖਦਾ ਪਿਆਰਾ ਆਪੇ ਸੁਖੜ ਸੁਜਾਨ ਆਪੇ ਸ੍ਰਿਸ਼ਟੀ ਉਪਾਇੰਦਾ ਪਿਆਰਾ ਕਰ ਸੂਰਜ ਚੰਦ ਚਾਨਣ ਆਪਨ ਦਾਣਿਆ ਦਾਣ ਹੈ ਪਿਆਰਾ ਆਪਨ ਮਾਣਿਆ ਮਾਣ ਸਤ ਸੰਗਤ ਮਿਲ ਜਾਏ ਤੂੰ ਆਪਨ ਦਾਣਿਆ ਦਾਣ ਹੈ ਪਿਆਰਾ ਆਪਨ ਮਾਣਿਆ ਮਾਣ ਆਪ ਦਇਆ ਕਰ ਰੱਖਦਾ ਪਿਆਰਾ ਆਪੇ ਸੁਖਲ ਸੁਜਾਨ ਮੇਰੇ ਮਨ ਜਪ ਰਾਮ ਨਾਮ ਨਿਸ਼ਾਨ ਸਤ ਸੰਗਤ ਮਿਲ ਜਾਏ ਤੂੰ ਹਰ ਹਰ ਬਾਵਣ ਨਾਮ ਜਾਣ ਰਾਮ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਮਾਨ ਆਪੇ ਬਖਸ਼ ਕਰਾਇੰਦਾ ਪਿਆਰਾ ਆਪੇ ਸੱਚ ਨਿਸ਼ਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਪਰਮਾਨ ਆਪੇ ਭਗਤ ਭੰਡਾਰ ਹੈ ਪਿਆਰਾ ਆਪੇ ਦੇਵੈ ਦਾਨ ਆਪੇ ਸੇਵ ਕਰਾਇੰਦਾ ਪਿਆਰਾ ਆਪ ਜਵਾਬੈ ਮਾਨ ਆਪੇ ਤਾੜੀ ਲਾਇੰਦਾ ਪਿਆਰਾ ਆਪੇ ਗੁਰੀ ਨਿਧਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਵਰਦਾਨ ਆਪੇ ਕੀਮਤ ਪਾਇੰਦਾ ਪਿਆਰਾ ਆਪੇ ਤੁਲ ਬਰਬਾਨ ਆਪੇ ਅਤੁਲ ਤੁਲਾਇੰਦਾ ਪਿਆਰਾ ਜਨ ਨਾਨਕ ਸਦ ਕੁਰਬਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਵਰਦਾਨ ਆਪੇ ਕੀਮਤ ਪਾਇੰਦਾ ਪਿਆਰਾ ਆਪੇ ਤੁਲ ਕੁਰਬਾਨ ਆਪੇ ਅਤੁਲ ਤੁਲਾਇੰਦਾ ਪਿਆਰਾ ਜਨ ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਭ ਨੂੰ ਪਤਾ ਹੀ ਹੈ ਛੋਟੀ ਜੀ ਬੱਚੀ ਸੁਖਮਨਜੀਤ ਕੌਰ ਸਪੁੱਤਰੀ ਸਰਦਾਰ ਗੁਰਿੰਦਰ ਸਿੰਘ ਪੋਤਰੀ ਸਰਦਾਰ ਨੈਬ ਸਿੰਘ ਸੋਨੀ ਮੋਟਰ ਗੈਰ ਸਮੂਹ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਈ ਹੈ। ਉਹਨਾਂ ਦੀ ਰੂਹ ਆਤਮਾ ਦੀ ਸ਼ਾਂਤੀ ਵਾਸਤੇ ਭਾਣਾ ਮੰਨਦੇ ਹੋਏ ਪਰਿਵਾਰ ਨੇ ਆਪਣੇ ਗ੍ਰਹਿ ਵਿਖੇ ਜੁਗੋ ਜੁਗਾ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨ ਬਰਸ ਕੇ ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕਰਵਾਏ ਸੀ। ਅੰਮ੍ਰਿਤ ਵੇਲੇ
श्री सहज पाठ साहिबां दे भोग पाए गए उपरंत गुरुद्वारा श्री गंज साहिब विखे विचरी गुरु दी याद में सख्त कीर्तन होया अरदास हुई है। आपां सारिਆਂ ने अरदास की है सतगुरु जी बच्चे नूं अपने चरण दा निवास रूप शांति बख्शिश ते परिवार ते अपना मेल प्रयास रखना ते भाणा मन दा बल बख्श करना। संगतां दी अरदासां बेनतियां सतगुरु जी प्रवान कर लैंदे ने। बहुत ही विराग दे विच भाई साहब भाई अमरीक सिंह जी ने सख्त कीर्तन विचारां दे नाल अपन समझाया है। बाणी की कहती है कि आप की करने वास्ते आए हैं। जत्थे का बहुत बहुत परिवार वालों दासां वालों संगतां वालों धन्नवाद किया जाता जिन्होंने छोटी जी बच्ची के इस दुख की घड़ी बचा के सख्त कीर्तन सरवण करवाया है। हुण अगे परिवार वालों जो बेनती है वो दसी जाऊगी। इस महान दुख की घड़ी के विच श्रोमणी अकाली दल के हल्का इंचार्ज हरमोहन सिंह संधू हाजरियां दवाइयां ने ते आम आदमी पार्टी के इंचार्ज चंद्रजीत सिंह भी मत्था टेक के चले गए। होर भी कई अकाली वीर मेरे मत्था टेक के गए ने। शहर के वासी भी कई मत्था टेक के गए थे। कई जगह से भोग पैने। सो हुण अगला जो प्रोग्राम है वो भाई साहब जी अमरीक सिंह जी दसणगे ते नाल विच गुरु श्रद्धा दे फुल भेंट करनगे जी। वाहिगुरू जी का खालसा वाहिगुरू जी की फतेह। वाहिगुरू साहिब का पाना मंगते हुए सेवक परिवार के नाल जिवें आपने अरदास की है सो समय की निजात को ध्यान में रखते हुए परिवार का मन जिथे सारी संगत धन्यवाद है जी उत्थे गुरमत रीत अनुसार गुरु के लंगर सजाए हुए हैं। जिन्होंने संगतां ने लंगर नहीं छड्या वो लंगर छक के जाण ते जिहड़ा सुनेहा है वैसे अजकल आलम शायद कोरोने का किसान अंदोलन का वो मैं भी जिक्र किया है। कई बच्ची के जोड़े अरमान से वो बड़े ही कष्ट वाले सन। कई उन्होंने एक किसान की आप चित्र बनाया जिन्हों पोर्ट्रेट कहने आप ये सूक्ष्म कलावां होंदियां ने किसी किसी बच्चे जिन्हों का कोई स्कूल आम नहीं होंदा। ठीक है बाद बनाए जाते हैं उन्होंने होर तैयारी करवाई जाती है पर ये बच्ची के अंदर कुदरती ये सूक्ष्म कलावां जिथे वो स्पोर्ट्स के सी उत्थे उसके अंदर ये कला सी सूक्ष्म कला चित्रण की पेंसिल के नाल और बच्ची ने लेटेस्ट जी दो तस्वीर एक किसान की है तो एक जवान की है कि वो जो अंदर अरमान की कल्पना होगी जोड़ा कि अज मीडिया में बड़ा कुछ कहने तो बाद इन्नी गल कि फुरती नहीं भई जे सरकार है दो सामने तेरे को एक किसान है एक जवान है तो तू दोनों बारे कुछ सोच। वो बच्ची को तस्वीर नहीं बहुत कुछ कह गई। सो ऐसी बच्ची के थोड़े उपरंत किसी आलम का मैंने वचन चेते आता है ऐ बोलती फसल ये तुझसे नारानी हुई फूल वो तोड़ा कि चमन में बैरानी। वो आलम कहना है मौत मैंने पता तू बहुत बलवान है तेरे लिए कोई पीर पैगंबर औलिया अवतार ऋषि मुनि योद्धा महाबली सूरमा देवी देवता गुरु पीर नहीं रोक सके तो सब ले के मैंने पता है पर कदे कदे तू गुस्ताखी कर जाती है गहली कर जाती है फुल तोड़ती फिरती है भाव जीवन लैके जाती है पर चमन विचों कई बार ऐसा फुल तोड़ लैनी है मालिक खुश होता है तू कहती फिरती है कि फुल बड़े सोहने हैं पर जो फुल जाता माली कहता वाह मेरा बगीचा फिर कोई मंग लैनी वो को एक फुल वो कहना तोड़ ला पर फुल यहो तोड़ लैनी है फिर सारा बगीचा ही वीरान बन जाता है। माली के दुख में बहुत दिल में दुख होता है इस वेले दुख वड्डा है पर सतगुरु जी की बाणी साढ़ा सतगुरां का इतिहास ये भी महान है। ये आसरे कई परिवार में आप सारे साहिब का भाणा मनना है। इन्नियां बेनतियां प्रवान करनियां जितनियां भी संगतां गुरु जग किसी परिवार के दुख विच शरीक होई सारा का फिर धन्यवाद किया जाता है जो लंगर की बेनती की जाती है। वाहिगुरू जी का खालसा वाहिगुरू जी की फतेह।